ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ 10ਵੀਂ ਕਲਾਸ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਕਹਾਣੀ ਅਤੇ ਇਕਾਂਗੀ ਭਾਗ ਵਿੱਚੋਂ ਜਾਫਰਨਾਮਾ ਇਕਾਂਗੀ, ਜਿਸ ਨੂੰ ਕਿ ਇਕਾਂਗੀਕਾਰ ਡਾਕਟਰ ਹਰਚਰਨ ਸਿੰਘ ਜੀ ਨੇ ਲਿਖਿਆ ਹੈ, ਉਸ ਬਾਰੇ ਵਿਚਾਰ ਚਰਚਾ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਜਾਫਰਨਾਮਾ ਇੱਕ ਐਸੀ ਚਿੱਠੀ ਹੈ ਜਿਸ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਜੋ ਵੀ ਕਸ਼ਟ ਉਹਨਾਂ ਦੇ ਉੱਪਰ ਮੁਗਲਾਂ ਨੇ, ਜੋ ਵੀ ਤਸੀਹੇ ਉਹਨਾਂ ਦੇ ਪਰਿਵਾਰ ਉੱਪਰ ਮੁਗਲਾਂ ਨੇ ਦਿੱਤੇ ਜਾਂ ਮੁਗਲਾਂ ਨੇ ਉਠਾਏ, ਉਸ ਦੇ ਸੰਦਰਭ ਵਿੱਚ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਕਹਿੰਦੇ ਹਾਂ ਕਿ ਅੰਤ ਹੋ ਗਿਆ ਜਾਂ ਅੱਤ ਹੋ ਗਈ, ਅੱਤ ਅਤੇ ਅੰਤ ਬਿਲਕੁਲ ਸਿਮਿਲਰ ਸ਼ਬਦ ਨੇ। ਗੁਰੂ ਪਾਤਸ਼ਾਹ ਜੀ ਪ੍ਰਮਾਤਮਾ ਨਾਲ ਇਕਮਿਕਤਾ ਹੋ ਕੇ ਆਪਣੇ ਆਪ ਨਾਲ ਹੋਏ ਅਨਿਆਏ ਦੀ ਤਕਲੀਫ ਭਰੀ ਇੱਕ ਵਾਰਤਾਲਾਪੀ ਚਿੱਠੀ ਭਾਈ ਦਇਆ ਸਿੰਘ ਨੂੰ ਦੇ ਕੇ ਜਦੋਂ ਔਰੰਗਜ਼ੇਬ ਨੂੰ ਘੱਲਦੇ ਹਨ, ਭੇਜਦੇ ਹਨ ਕਿ ਔਰੰਗਜ਼ੇਬ ਉਸ ਚਿੱਠੀ ਵਿੱਚ ਲਿਖੇ ਹੋਏ ਉਹਨਾਂ ਅਲਫਾਜ਼ਾਂ ਨੂੰ, ਉਹਨਾਂ ਸ਼ਬਦਾਂ ਨੂੰ ਬਹੁਤ ਸਾਰੇ ਜਿਹੜੇ ਕਿੱਸਾਕਾਰ, ਕਹਾਣੀਕਾਰ ਜਾਂ ਸਾਡੇ ਸਾਹਿਤਕਾਰ ਆਖਦੇ ਹਨ, ਦੱਸਦੇ ਹਨ ਕਿ ਪੜ੍ਹ ਕੇ ਪਾਗਲ ਹੋ ਜਾਂਦਾ ਹੈ। ਪਾਗਲ ਤੋਂ ਭਾਵ ਇਹ ਸੀ ਕਿ ਉਹ ਜਾਫਰਨਾਮੇ ਨੂੰ ਜਦੋਂ ਔਰੰਗਜ਼ੇਬ ਪੜ੍ਹਦਾ ਹੈ, ਉਸ ਵਿੱਚ ਲਿਖੀਆਂ ਹੋਈਆਂ ਉਹ ਸੱਚਾਈਆਂ, ਜਿਸ ਵਿੱਚ ਇਸ ਚੀਜ਼ ਦਾ ਪ੍ਰਮਾਣ ਮਿਲਦਾ ਹੈ ਕਿ ਜਿਹੜਾ ਔਰੰਗਜ਼ੇਬ ਆਪਣੇ ਆਪ ਨੂੰ ਬੜਾ ਕੱਟੜ ਸਮਝਦਾ ਸੀ, ਇਸਲਾਮ ਧਰਮ ਦਾ ਇੱਕ ਐਸਾ ਰਾਜਾ ਸਮਝਦਾ ਸੀ ਜੋ ਇਸਲਾਮ ਦਾ ਪੱਕਾ ਸੀ। ਸੋ ਗੁਰੂ ਪਾਤਸ਼ਾਹ ਨੇ ਸਿੱਖ ਧਰਮ ਦੇ ਰੈਫਰੈਂਸ ਤੋਂ ਇਹ ਦੱਸਿਆ ਕਿ ਇਸਲਾਮ ਧਰਮ ਅਸਲ ਵਿੱਚ ਕੀ ਕਹਿੰਦਾ ਹੈ, ਅਤੇ ਜਿੰਨੇ ਮੁਗਲਾਂ ਨੇ ਜੋ ਵੀ ਉਹਨਾਂ ਦੇ ਪਰਿਵਾਰ ਦੇ ਉੱਪਰ ਕਹਿਰ ਢਾਏ, ਕੀ ਉਹ ਇਸਲਾਮ ਦੇ ਖਿਲਾਫ ਸੀ ਜਾਂ ਇਸਲਾਮ ਧਰਮ ਦੀ ਮਰਿਆਦਾ ਦੇ ਅਨੁਸਾਰ ਸੀ। ਸੋ ਗੁਰੂ ਪਾਤਸ਼ਾਹ ਦੀ ਇਸ ਚਿੱਠੀ ਨੂੰ ਜਿਵੇਂ ਵੀ ਔਰੰਗਜ਼ੇਬ ਪੜ੍ਹਦਾ ਹੈ, ਪੜ੍ਹਨ ਤੋਂ ਬਾਅਦ ਉਸ ਦੀ ਜੋ ਰਾਤਾਂ ਦੀ ਨੀਂਦ ਕਹਿ ਦਿੰਦੇ ਹਾਂ ਉਹ ਉੱਡ ਜਾਂਦੀ ਹੈ। ਉਹਨੂੰ ਹਰ ਟਾਈਮ, ਹਰ ਇੱਕ ਅੱਖਰ ਦੇ ਵਿੱਚ, ਹਰ ਇੱਕ ਲਾਈਨ ਦੇ ਵਿੱਚ ਲਿਖੇ ਹੋਏ ਜਿਹੜੇ ਅਲਫਾਜ਼ ਸੀ ਗੁਰੂ ਪਾਤਸ਼ਾਹ ਦੇ, ਉਹ ਪਰੇਸ਼ਾਨ ਕਰਦੇ ਨੇ। ਸੋ ਚਿੱਠੀ ਪੜ੍ਹਨ ਤੋਂ ਬਾਅਦ ਮਾਨਸਿਕ ਤੌਰ 'ਤੇ ਔਰੰਗਜ਼ੇਬ ਆ ਜਿਹੜਾ ਬਾਦਸ਼ਾਹ, ਉਹ ਆਪਣੇ ਕੀਤੇ ਹੋਏ ਪੂਰੇ ਜੀਵਨ ਦੇ ਵਿੱਚ ਰਾਜ ਭਾਗ ਦੇ ਜੋ ਗਲਤ ਫੈਸਲੇ ਸੀ ਉਹ ਸਾਰੇ ਉਸ ਦੀਆਂ ਅੱਖਾਂ ਸਾਹਮਣੇ ਆ ਜਾਂਦੇ ਨੇ, ਅਤੇ ਉਹਨੂੰ ਲੱਗਦਾ ਕਿ ਮੈਂ ਪੂਰੇ ਜੀਵਨ ਦੇ ਵਿੱਚ ਇੱਕ ਐਸਾ ਬਾਦਸ਼ਾਹ ਸੀ ਕਿ ਜੋ ਇਸਲਾਮ ਦੇ ਨਿਯਮਾਂ ਨੂੰ, ਕਾਇਦੇ ਕਾਨੂੰਨਾਂ ਨੂੰ ਮੰਨਦਾ ਸੀ। ਕਿਹਾ ਜਾਂਦਾ ਕਿ ਔਰੰਗਜ਼ੇਬ ਜੰਗ ਦੇ ਸਮੇਂ ਵੀ ਜਿਹੜਾ ਉਹਨਾਂ ਦਾ ਅਸੀਂ ਇਹ ਮੰਨ ਲਿਆ ਕਿ ਨਵਾਜ਼ ਅਦਾ ਕਰਨੀ ਨਹੀਂ ਸੀ ਭੁੱਲਦਾ, ਇੰਨਾ ਕੱਟੜ ਸੀ ਇਸਲਾਮ ਧਰਮ ਦੇ ਕਾਇਦੇ ਕਾਨੂੰਨਾਂ ਅਤੇ ਨਿਯਮਾਂ ਪ੍ਰਤੀ। ਸੋ ਜਦੋਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਮੇਰੇ 7 ਅਤੇ 9 ਸਾਲ ਦੇ ਜਿਹੜੇ ਬੱਚੇ ਸੀ, ਤੁਸੀਂ ਮੁਗਲਾਂ ਨੇ ਤੁਹਾਡੇ ਇਸ਼ਾਰੇ 'ਤੇ ਉਹਨਾਂ ਨੂੰ ਜਿੰਦਾ ਸ਼ਹੀਦ ਕਰਵਾ ਦਿੱਤਾ ਗਿਆ, ਨੀਹਾਂ ਵਿੱਚ ਚਿਣ ਕੇ, ਕਿ ਇਸਲਾਮ ਧਰਮ ਦੇ ਵਿੱਚ ਕਿੱਥੇ ਇਜਾਜ਼ਤ ਆ ਕਿ ਛੋਟੇ ਮਾਸੂਮ ਬੱਚਿਆਂ 'ਤੇ ਜ਼ੁਲਮ ਢਾਇਆ ਜਾਵੇ। ਸੋ ਜਿੰਨੇ ਵੀ ਜ਼ੁਲਮ ਔਰੰਗਜ਼ੇਬ ਦੇ ਆਰਡਰ ਦੇ ਤਹਿਤ ਢਾਏ ਗਏ, ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ, ਸ਼ਹਾਦਤ, ਹਰ ਇੱਕ ਚੀਜ਼ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਾਂਦਾ ਕਿ ਉਸ ਜਾਫਰਨਾਮੇ ਦੇ ਵਿੱਚ ਇਸ ਢੰਗ ਨਾਲ ਤਰਤੀਬਬੱਧ ਬਿਆਨ ਕੀਤਾ ਕਿ ਜਿਉਂ-ਜਿਉਂ ਚਿੱਠੀ ਜਾਂ ਉਹ ਕਹਿ ਲਓ ਕਿ ਜਾਫਰਨਾਮਾ ਇਹ ਔਰੰਗਜ਼ੇਬ ਸੁਣਦਾ ਹੈ ਅਤੇ ਤਿਉਂ ਉਹਦੇ ਜਿਹੜੇ ਸਾਹ ਨੇ ਉਹ ਸੂਤੇ ਜਾਂਦੇ ਨੇ। ਸੋ ਇੱਕ ਮੁਗਲ ਬਾਦਸ਼ਾਹ ਆਪਣੇ ਜੀਵਨ ਦੀ ਅੰਤਿਮ ਸਟੇਜ ਦੇ ਵਿੱਚ, ਇਹ ਕਹਿ ਲਓ ਕਿ ਉਹਦਾ ਜਿਹੜਾ ਸਮਾਂ ਸੀ, ਉਹਨੇ ਆਪਣਾ ਰਾਜ ਭਾਗ, ਉਹਦੇ ਵਿੱਚ ਵੀ ਜਿਹੜੇ ਉਹਨੇ ਆਪਣੇ ਭੈਣ ਭਰਾ, ਮਾਂ ਬਾਪ ਦੇ ਉੱਪਰ ਜਿਹੜੇ ਕਹਿਰ ਢਾਏ, ਉਹਨਾਂ ਸਾਰਿਆਂ ਦੀ ਇੱਕ ਤਸਵੀਰ, ਇੱਕ ਫਿਲਮ ਉਸ ਜਾਫਰਨਾਮੇ ਦੇ ਤਹਿਤ ਉਹਦੀਆਂ ਅੱਖਾਂ ਸਾਹਮਣੇ ਚੱਲਦੀ ਆ, ਅਤੇ ਉਹ ਆਪਣੇ ਸਾਰੇ ਗੁਨਾਹ ਦੀ ਮਾਫੀ ਦੇ ਲਈ ਭਾਈ ਦਇਆ ਸਿੰਘ ਜੀ ਨੂੰ ਆਪਣੇ ਦੀਵਾਨੇ ਖਾਸ ਦੇ ਵਿੱਚ ਬੁਲਾ ਕੇ ਗੁਰੂ ਪਾਤਸ਼ਾਹ ਪਾਸੋਂ ਮਾਫੀ ਮੰਗਣ ਲਈ, ਜਾਂ ਇਹ ਕਹਿ ਲਓ ਕਿ ਅਸੀਂ ਇੱਕ ਕੰਪਰੋਮਾਈਜ਼ ਕਰਨ ਲਈ, ਇੱਕ ਸਮਝੌਤਾ ਕਰਨ ਲਈ, ਆਪਦੇ ਗੁਨਾਹਾਂ ਦੇ ਜੋ ਉਸ ਦੇ ਸ਼ਾਸਨ ਦੌਰਾਨ, ਉਸ ਦੇ ਰਾਜ ਪ੍ਰਬੰਧ ਦੌਰਾਨ ਹੋਏ, ਉਹ ਉਹਨਾਂ ਲਈ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਔਰੰਗਜ਼ੇਬ। ਅਤੇ ਇਹ ਜੋ ਜਾਫਰਨਾਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਘੱਲਿਆ, ਭੇਜਿਆ, ਉਸ ਨੂੰ ਪੜ੍ਹਨ ਤੋਂ ਬਾਅਦ ਕਿਹਾ ਜਾਂਦਾ ਕਿ ਜਿਹੜਾ ਔਰੰਗਜ਼ੇਬ ਸੀ ਉਹ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਿਆ ਸੀ। ਸੋ ਔਰੰਗਜ਼ੇਬ ਦੇ
ਇਸ ਜਾਫਰਨਾਮੇ ਨੂੰ ਪੜ੍ਹਨ ਤੋਂ ਬਾਅਦ ਜੀਵਨ 'ਚ ਕੀ ਤਬਦੀਲੀ ਆਈ, ਔਰੰਗਜ਼ੇਬ ਦੇ ਸ਼ਾਸਨ ਦੇ ਵਿੱਚ ਕੌਣ ਉਹਦਾ ਨਜ਼ਦੀਕੀ ਸੀ, ਉਹ ਕਿਸ ਤਰ੍ਹਾਂ ਇਸ ਜਾਫਰਨਾਮੇ ਨੂੰ ਪੜ੍ਹਨ ਤੋਂ ਬਾਅਦ ਆਪਣੇ ਆਪ ਨੂੰ ਵਿਆਕੁਲਤਾ ਵਿੱਚ ਮਹਿਸੂਸ ਕਰਦਾ ਹੈ, ਆਪਣੇ ਆਪ ਨੂੰ ਇੱਕ ਘਬਰਾਹਟ ਵਿੱਚ ਮਹਿਸੂਸ ਕਰਦਾ। ਇਸ ਚੀਜ਼ ਨੂੰ ਬਿਆਨ ਕਰਦਾ ਇਹ ਜੋ ਤੁਹਾਡਾ ਇਕਾਂਗੀ ਹੈ। ਇਸ ਦੇ ਵਿੱਚ ਵੱਖ-ਵੱਖ ਪਾਤਰਾਂ ਰਾਹੀਂ ਇੱਕ ਸਟੋਰੀ ਨੂੰ, ਇੱਕ ਕਹਾਣੀ ਨੂੰ ਪੇਸ਼ ਕੀਤਾ ਜਾਂਦਾ ਹੈ। ਸੋ ਜਿਵੇਂ ਕਿ ਇਕਾਂਗੀ ਇੱਕ ਅੰਗ ਦੀ ਕਹਾਣੀ, ਜਿਸ ਨੂੰ ਇੱਕ ਐਪੀਸੋਡ ਦੇ ਵਿੱਚ ਸਮਾਪਤ ਕਰ ਦਿੱਤਾ ਜਾਂਦਾ ਹੈ। ਜਿਵੇਂ ਕਿ ਬੱਚਿਓ ਅਸੀਂ ਨਾਟਕ ਪੜ੍ਹਦੇ ਹਾਂ, ਨਾਟਕ ਦੇ ਵਿੱਚ ਭਾਗ ਹੁੰਦੇ ਨੇ, ਪਹਿਲਾ ਪਾਰਟ, ਦੂਸਰਾ ਪਾਰਟ, ਤੀਸਰਾ ਪਾਰਟ। ਸੋ ਜਿਹੜੀ ਇਕਾਂਗੀ ਹੁੰਦੀ ਆ, ਇਹਦੇ ਵਿੱਚ ਸਮੱਸਿਆ ਨੂੰ ਇੱਕ ਅੰਗ ਵਿੱਚ ਹੀ ਸੁਲਝਾ ਕੇ ਉਸ ਦੇ ਨਤੀਜੇ 'ਤੇ ਪਹੁੰਚਿਆ ਜਾਂਦਾ ਹੈ। ਸੋ ਤੁਹਾਡੇ ਪਾਠਕ੍ਰਮ ਦੇ ਵਿੱਚ ਜਾਫਰਨਾਮਾ ਇੱਕ ਇਕਾਂਗੀ ਤੁਹਾਨੂੰ ਦਿੱਤੀ ਗਈ ਆ। ਇਹ ਜਾਫਰਨਾਮਾ ਇਕਾਂਗੀ ਕੀ ਹੈ, ਇਸ ਨੂੰ ਤੁਸੀਂ ਨੇ ਆਪਣੀ ਪਾਠ ਪੁਸਤਕ ਵਿੱਚੋਂ ਜ਼ਰੂਰ ਪੜ੍ਹਨਾ ਹੈ। ਸੋ ਜਾਫਰਨਾਮਾ ਇਕਾਂਗੀ ਦੇ ਸੰਬੰਧ ਵਿੱਚ ਜਿਹੜੇ ਵੱਖ-ਵੱਖ ਇਸ ਇਕਾਂਗੀ ਦੇ ਪਾਤਰ ਨੇ, ਆਓ ਅਸੀਂ ਉਹਨਾਂ ਬਾਰੇ ਜਾਣਦੇ ਹਾਂ। ਜਦੋਂ ਅਸੀਂ ਪਾਤਰਾਂ ਬਾਰੇ ਜਾਣਾਂਗੇ ਤਾਂ ਸਾਨੂੰ ਇਸ ਇਕਾਂਗੀ ਦੇ ਬਹੁਤ ਸਾਰੇ ਪੱਖਾਂ ਤੋਂ, ਬਹੁਤ ਸਾਰੇ ਐਸੇ ਭੇਦਾਂ ਤੋਂ ਪਰਦਾ ਉੱਠੇਗਾ, ਰੌਸ਼ਨੀ ਪਏਗੀ, ਅਤੇ ਤੁਹਾਨੂੰ ਜਿਹੜਾ ਇਸ ਇਕਾਂਗੀ ਦੀ ਚਾਰੇ ਐਂਗਲਾਂ ਤੋਂ, ਜਾਂ ਇਹ ਕਹਿ ਲਓ ਕਿ ਚਾਰੋਂ ਸਾਈਡਾਂ ਤੋਂ ਤੁਹਾਨੂੰ ਪਤਾ ਲੱਗਿਆ ਕਿ ਇਕਾਂਗੀ ਕੀ ਹੈ, ਇਸ ਇਕਾਂਗੀ ਦਾ ਬੇਸ ਕੀ ਹੈ, ਇਸ ਇਕਾਂਗੀ ਦੇ ਪਾਤਰ ਕਿਸ ਤਰ੍ਹਾਂ, ਜਿਹੜੇ ਇਸ ਇਕਾਂਗੀ ਦੇ ਮੁੱਖ ਪਾਤਰ ਜਿਹਨੂੰ ਕਿ ਔਰੰਗਜ਼ੇਬ ਕਿਹਾ ਜਾਂਦਾ, ਉਸ ਨਾਲ ਸਾਕ ਸੰਬੰਧ ਰੱਖਦੇ ਨੇ। ਔਰੰਗਜ਼ੇਬ ਦੀ ਮਨੋਸਥਿਤੀ ਕੀ ਹੈ, ਆਓ ਅਸੀਂ ਪੜ੍ਹਦੇ ਹਾਂ ਇਸ ਇਕਾਂਗੀ ਦਾ ਜੋ ਹੈ ਕਿ ਔਰੰਗਜ਼ੇਬ ਦਾ ਚਰਿੱਤਰ ਚਿਤਰਨ ਕਰੋ। ਔਰੰਗਜ਼ੇਬ ਕੈਸਾ ਬਾਦਸ਼ਾਹ ਸੀ, ਆਓ ਅਸੀਂ ਪੜ੍ਹਦੇ ਹਾਂ। ਇਹ ਕਰੈਕਟਰ ਸਕੈਚ ਕਹਿ ਲਓ, ਔਰੰਗਜ਼ੇਬ ਬਾਰੇ ਜਾਣਕਾਰੀ ਕਹਿ ਲਓ, ਔਰੰਗਜ਼ੇਬ ਦੇ ਵਿੱਚ ਜੋ ਗੁਣ ਸੀ, ਔਗਣ ਸੀ, ਉਹ ਕਿਸ ਤਰ੍ਹਾਂ ਦਾ ਵਿਅਕਤੀ ਸੀ, ਆਓ ਅਸੀਂ ਜਾਣਦੇ ਹਾਂ। ਸੋ ਪਿਆਰੇ ਵਿੱਚੋਂ ਇਸ ਜਾਫਰਨਾਮਾ ਇਕਾਂਗੀ ਵਿੱਚੋਂ ਤੁਹਾਨੂੰ ਕਿਸੇ ਇੱਕ ਪਾਤਰ ਦਾ ਪਾਤਰ ਚਿੱਤਰਨ ਜ਼ਰੂਰ ਆਵੇਗਾ, ਕਿਉਂਕਿ ਇਸ ਇਕਾਂਗੀ ਦਾ ਜਿਹੜਾ ਮੁੱਖ ਪਾਤਰ ਉਹ ਔਰੰਗਜ਼ੇਬ ਆ। ਸੋ ਔਰੰਗਜ਼ੇਬ ਬਾਰੇ ਤੁਸੀਂ ਵਿਸ਼ੇਸ਼ ਪੜ੍ਹਨਾ ਹੈ। ਸੋ ਆਓ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ। ਸ਼ੁਰੂ ਕਰਦੇ ਹਾਂ ਔਰੰਗਜ਼ੇਬ ਦਾ ਚਰਿੱਤਰ ਚਿੱਤਰਨ। ਸਭ ਤੋਂ ਪਹਿਲਾ ਪੁਆਇੰਟ ਹੈ ਜਾਣ ਪਛਾਣ। ਔਰੰਗਜ਼ੇਬ ਜਾਫਰਨਾਮਾ ਇਕਾਂਗੀ ਦਾ ਇਤਿਹਾਸਕ ਪਾਤਰ ਹੈ ਜੋ ਮੁਗਲ ਬਾਦਸ਼ਾਹ ਸੀ। ਇਕਾਂਗੀ ਵਿੱਚ ਔਰੰਗਜ਼ੇਬ ਦਾ ਕੱਦ ਮਧਰਾ, ਸਰੀਰ ਕਮਜ਼ੋਰ, ਨੱਕ ਲੰਮਾ, ਰੰਗ ਗੋਰਾ ਸੁਰਖ, ਦਾੜੀ ਚਿੱਟੀ, ਮੁੱਛਾਂ ਕੱਟੀਆਂ ਹੋਈਆਂ, ਅੱਖਾਂ ਤੇਜ਼ ਭਖਦੀਆਂ ਹੋਈਆਂ ਅਤੇ ਲੱਕ ਝੁਕਿਆ ਹੋਇਆ ਹੈ। ਉਸ ਦੇ ਗਲ ਸਫੈਦ ਮਲਮਲ ਦਾ ਮੁਗਲ ਢੰਗ ਦਾ ਚੋਗਾ ਹੈ, ਜਿਸ ਦੀਆਂ ਤਣੀਆਂ ਸੱਜੇ ਮੋਢੇ ਹੇਠ ਬੰਨ੍ਹੀਆਂ ਹੋਈਆਂ ਹਨ। ਉਸ ਦੀ ਪਗੜੀ ਸੋਨੇ ਦੀਆਂ ਤਾਰਾਂ ਨਾਲ ਮੜੀ ਹੋਈ ਹੈ। ਉਸ ਦੇ ਸਿਲਕ ਦੇ ਕਮਰਬੰਦ ਵਿੱਚ ਖੰਜਰ ਟੰਗਿਆ ਹੋਇਆ ਹੈ। ਉਹ ਪੈਰੀਂ ਮੂਰ ਫੈਸ਼ਨ ਦੀ ਜੁੱਤੀ ਪਹਿਨਦਾ ਹੈ। ਉਹ ਬੁਢਾਪੇ ਕਾਰਨ ਸੋਟੀ ਦੇ ਸਹਾਰੇ ਤੁਰਦਾ ਹੈ। ਉਹ ਆਪਣੀ ਤੀਜੀ ਇਤਾਲਵੀ ਪਤਨੀ ਬੇਗਮ ਉਦੈਪੁਰੀ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ। ਉਸ ਦੇ ਪੁੱਤਰ ਦਾ ਨਾਂ ਕਾਮ ਬਖਸ਼ ਅਤੇ ਧੀ ਦਾ ਨਾਂ ਜੀਨਤ ਉਨ ਨਿਸਾ ਹੈ। ਸੋ ਬੱਚਿਓ, ਜਿਹੜਾ ਇਹ ਪਹਿਲਾ ਪੈਰਾ, ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਸਵਾਲ ਬਣ ਸਕਦੇ ਨੇ MCQs ਲਈ। ਸੋ ਜਿਵੇਂ ਹੀ ਤੁਹਾਡੇ ਜੋ ਫਾਈਨਲ ਐਗਜ਼ਾਮ ਹੋਣਗੇ ਉਹਨਾਂ ਦੇ ਵਿੱਚ ਬੇਟਾ ਜਿਹੜੇ MCQs ਪੁੱਛੇ ਜਾਣੇ ਨੇ, ਸੋ ਉਹਦੇ ਨਾਲ ਸੰਬੰਧਿਤ ਬਹੁਤ ਸਾਰੇ ਸਵਾਲ ਨੇ ਜਿਹੜੇ ਇਸ ਪਹਿਲੇ ਇੰਟਰੋਡਕਸ਼ਨ ਵਾਲੇ ਪੈਰੇ 'ਚੋਂ ਬਣਦੇ ਨੇ। ਸੋ ਜਦੋਂ ਵੀ ਤੁਸੀਂ ਕੋਈ ਇਕਾਂਗੀ ਜਾਂ ਕਿਸੇ ਪਾਤਰ ਨੂੰ ਪੜ੍ਹਨਾ ਤਾਂ ਬਹੁਤ ਹੀ ਗਹਿਰਾਈ ਦੇ ਨਾਲ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਉਸ ਨੂੰ ਸੁਣਨਾ ਹੈ, ਸਮਝਣਾ ਹੈ। ਸੋ ਬੱਚਿਓ, ਜਿਵੇਂ ਕਿ ਇੱਕ ਪੰਜਾਬੀ ਦੀ ਕਹਾਵਤ ਹੁੰਦੀ ਹੈ ਕਿ ਬਾਲ ਕੀ ਖਾਲ ਉਧੇੜਨੀ। ਸੋ ਜਦੋਂ ਵੀ ਤੁਸੀਂ ਕਿਸੇ ਵੀ ਕਰੈਕਟਰ ਬਾਰੇ ਪੜ੍ਹਦੇ ਹੋ ਤਾਂ ਬਹੁਤ ਬਰੀਕ ਬਰੀਕ ਗੱਲਾਂ ਨੂੰ ਤੁਸੀਂ ਸਮਝਣਾ ਹੈ, ਕਿਉਂਕਿ ਜਿਹੜੇ MCQ ਨੇ ਬਹੁਤ ਬਰੀਕੀ ਨਾਲ ਤੁਹਾਡੇ ਤੋਂ ਪੁੱਛੇ ਜਾਂਦੇ ਨੇ, ਘੁਮਾ ਫਿਰਾ ਕੇ ਤੁਹਾਡੇ ਤੋਂ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਪੁੱਛੀ ਜਾਂਦੀ ਆ। ਜਿਹੜੇ ਬੱਚੇ ਧਿਆਨ ਨਾਲ ਪੜ੍ਹਦੇ ਨੇ ਉਹੀ ਹੀ ਸਹੀ MCQ ਦਾ ਜਿਹੜਾ ਆਨਸਰ ਆ ਉਹ ਸਹੀ ਦੇ ਪਾਉਂਦੇ ਨੇ, ਨਹੀਂ ਫਿਰ ਦੁਚਿੱਤੀ ਵਿੱਚ ਆ ਕੇ, ਕਨਫਿਊਜ਼ਨ ਵਿੱਚ ਆ ਕੇ ਅਸੀਂ ਜਿਹੜਾ ਆਪਣਾ ਇੱਕ ਨੰਬਰ ਆ ਉਹ ਖ਼ਰਾਬ ਕਰ ਲੈਂਦੇ ਹਾਂ। ਸੋ ਆਓ ਪੜ੍ਹਦੇ ਹਾਂ ਔਰੰਗਜ਼ੇਬ ਬਾਰੇ। ਅਗਲਾ ਪੁਆਇੰਟ, ਇੱਕ ਜ਼ਾਲਮ ਬਾਦਸ਼ਾਹ। ਔਰੰਗਜ਼ੇਬ ਨੇ ਹਕੂਮਤ ਦੀ ਗੱਦੀ ਲਈ ਆਪਣੇ 3 ਭਰਾਵਾਂ ਨੂੰ ਮਰਵਾ ਦਿੱਤਾ ਅਤੇ ਪਿਤਾ ਨੂੰ ਕੈਦ ਕਰ ਲਿਆ ਸੀ।
ਇੱਥੋਂ ਪਤਾ ਲੱਗਦਾ ਕਿ ਉਹ ਕੈਸਾ ਸੀਗਾ ਬਾਦਸ਼ਾਹ। ਹਕੂਮਤ ਦੇ ਨਸ਼ੇ ਵਿੱਚ ਅੰਨਾ ਹੋ ਕੇ ਉਸਨੇ ਧਰਮ ਈਮਾਨ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਉਸਨੇ ਹਿੰਦੂਆਂ, ਸਿੱਖਾਂ ਅਤੇ ਸੂਫੀਆਂ ਉੱਤੇ ਬਹੁਤ ਜ਼ੁਲਮ ਕੀਤੇ। ਇਸ ਇਕਾਂਗੀ ਵਿੱਚ ਉਹ ਇੱਕ ਬੇਤਰਸ ਜ਼ਾਲਮ ਬਾਦਸ਼ਾਹ ਹੈ। ਅਗਲਾ ਪੁਆਇੰਟ ਹੈ ਚਲਾਕ ਅਤੇ ਧਾਰਮਿਕ ਕੱਟੜਤਾ ਵਾਲਾ। ਇਕਾਂਗੀ ਵਿੱਚ ਉਹ ਇੱਕ ਕੱਟੜ ਧਰਮੀ ਬਾਦਸ਼ਾਹ ਹੈ। ਉਸਨੇ ਜੰਗ ਦੇ ਮੈਦਾਨ ਵਿੱਚ ਵੀ ਕਦੇ ਨਮਾਜ਼ ਦਾ ਸਮਾਂ ਨਹੀਂ ਖੁੰਝਣ ਦਿੱਤਾ। ਉਹ ਕੁਰਾਨ ਨੂੰ ਮੰਨਣ ਵਾਲਾ ਅਤੇ ਸ਼ਾਹੀ ਮਹਿਲ ਵਿੱਚ ਰਾਗ, ਨਾਚ ਅਤੇ ਸ਼ਰਾਬ ਨਾ ਪਸੰਦ ਕਰਨ ਵਾਲਾ ਬਾਦਸ਼ਾਹ ਹੈ। ਸੋ ਬੇਟਾ ਨਹੀਂ, ਜਿਹੜੇ ਬਾਦਸ਼ਾਹ ਹੁੰਦੇ ਨੇ ਉਹ ਇਸ ਤਰ੍ਹਾਂ ਦਾ ਸਾਰਾ ਕੁਛ ਕਰਦੇ ਨੇ, ਦਾਰੂਆਂ ਪੀਂਦੇ ਨੇ, ਨਾਚ ਹੁੰਦੇ ਨੇ, ਅਯਾਸ਼ੀ ਕਰਦੇ ਨੇ, ਪਰ ਇਹ ਇਸ ਤਰ੍ਹਾਂ ਦਾ ਬਾਦਸ਼ਾਹ ਨਹੀਂ ਸੀ। ਇਹ ਜੰਗ ਦੇ ਮੈਦਾਨ ਵਿੱਚ ਵੀ ਨਮਾਜ਼ ਪੜ੍ਹਨੀ ਨਹੀਂ ਭੁੱਲਦਾ ਸੀ। ਆਪਣੀ ਹਕੂਮਤ ਲਈ ਅਤੇ ਵਿਰੋਧੀਆਂ 'ਤੇ ਕਾਬੂ ਪਾਉਣ ਲਈ ਉਸਨੇ ਧਰਮ ਈਮਾਨ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਝੂਠੀਆਂ ਕਸਮਾਂ ਦਾ ਸਹਾਰਾ ਲਿਆ। ਸੋ ਇਸ ਤੋਂ ਪਤਾ ਲੱਗਦਾ ਕਿ ਉਹ ਇੰਟੈਲੀਜੈਂਟ ਵੀ ਹੈ, ਚਲਾਕ ਵੀ ਹੈ। ਚਲਾਕ ਉਹ ਨਹੀਂ ਕਿ ਇਮਾਨਦਾਰ ਚਲਾਕ, ਬੇਈਮਾਨ ਚਲਾਕ ਹੈ। ਸੋ ਉਹ ਆਪਣਾ ਰਾਜ ਪ੍ਰਬੰਧ ਚਲਾਉਣ ਲਈ ਉਹ ਝੂਠੀਆਂ ਕਸਮਾਂ ਵੀ ਖਾ ਜਾਂਦਾ, ਧਰਮ ਦਾ ਮਤਲਬ ਗੁੰਮਰਾਹ ਕਰਦਾ ਧਰਮ ਦੇ ਨਾਂ 'ਤੇ ਦੂਸਰਿਆਂ ਨੂੰ। ਅਗਲਾ ਹੈ ਦਿਲ ਵਿੱਚ ਭੇਦ ਦੀਆਂ ਗੱਲਾਂ ਰੱਖਣ ਵਾਲਾ। ਉਹ ਕੁਝ ਭੇਤ ਆਪਣੀ ਪਤਨੀ ਬੇਗਮ ਉਦੈਪੁਰੀ, ਬੇਟੀ ਜੀਨਤ ਅਤੇ ਆਹਲਾ ਅਹਿਲਕਾਰ ਅਰਸ਼ਦ ਖਾਨ ਤੋਂ ਵੀ ਛੁਪਾ ਕੇ ਰੱਖਦਾ ਹੈ। ਆਪਣੇ ਰਾਜ ਦਾ ਖੂਫੀਆ ਮਹਿਕਮਾ ਸਿੱਧਾ ਉਸਨੇ ਆਪਣੇ ਅਧੀਨ ਹੀ ਰੱਖਿਆ ਹੋਇਆ ਸੀ। ਸ਼ੱਕੀ ਮਿਜਾਜ ਵਾਲਾ। ਉਹ ਆਪਣੀ ਪਤਨੀ ਸ਼ਾਹੀ ਹਕੀਮ ਅਤੇ ਅਰਸ਼ਦ ਖਾਨ ਨੂੰ ਇਕੱਠਿਆਂ ਦੇਖ ਕੇ ਕਹਿੰਦਾ ਹੈ ਕਿ ਉਹ ਕੀ ਸਾਜ਼ਿਸ਼ ਕਰ ਰਹੇ ਹਨ। ਸ਼ਾਹੀ ਹਕੀਮ ਦੁਆਰਾ ਦਿਮਾਗੀ ਤੰਦਰੁਸਤੀ ਲਈ ਦਵਾਈ ਦੇਣ ਸਮੇਂ ਉਹ ਪਹਿਲਾਂ ਉਸ ਨੂੰ ਹਕੀਮ ਦੁਆਰਾ ਆਪ ਦਵਾਈ ਚੱਖ ਕੇ ਦਿਖਾਉਣ ਲਈ ਕਹਿੰਦਾ ਹੈ। ਸੋ ਜਦੋਂ ਉਸ ਦੀ ਪਤਨੀ ਸ਼ਾਹੀ ਹਕੀਮ ਅਤੇ ਅਰਸ਼ਦ ਖਾਨ ਇਕੱਠੇ ਖੜ੍ਹ ਕੇ ਗੱਲਬਾਤ ਕਰਦੇ ਨੇ ਤਾਂ ਉਹ ਕਹਿ ਰਿਹਾ ਕਿ ਕੀ ਸਾਜ਼ਿਸ਼ ਕੀਤੀ ਜਾ ਰਹੀ ਆ। ਅਤੇ ਜਦੋਂ ਸ਼ਾਹੀ ਹਕੀਮ ਬੇਟਾ ਉਹਨੂੰ ਦਵਾਈ ਦੇਣ ਦੀ ਕੋਸ਼ਿਸ਼ ਕਰਦਾ, ਉਹ ਕਹਿੰਦਾ ਪਹਿਲਾਂ ਤੂੰ ਖਾ, ਮੈਂ ਫੇਰ ਖਾਊਂਗਾ। ਮਤਲਬ ਵਿਸ਼ਵਾਸ ਵੀ ਨਹੀਂ ਕਰਦਾ, ਸ਼ੱਕੀ ਟਾਈਪ ਵਿਅਕਤੀ ਵੀ ਹੈ। ਕਮਜ਼ੋਰੀਆਂ ਨੂੰ ਛੁਪਾਉਣ ਵਾਲਾ। ਉਹ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਆਪਣੇ ਨਿੱਜੀ ਮਾਮਲਿਆਂ ਵਿੱਚ ਕਿਸੇ ਦੀ ਵੀ ਦਖਲ ਅੰਦਾਜ਼ੀ ਪਸੰਦ ਨਹੀਂ ਕਰਦਾ। ਉਸ ਨੂੰ ਵਿਦਰੋਹ ਦਾ ਵੀ ਡਰ ਹੈ। ਵਿਦਰੋਹ ਹੁੰਦਾ ਬੇਟਾ ਜਿਵੇਂ ਉਸਨੇ ਆਪਣੇ ਭੈਣ ਭਰਾਵਾਂ ਨੂੰ, ਪਿਤਾ ਨੂੰ ਕੈਦ ਕਰ ਲਿਆ, ਭਰਾ ਮਰਵਾ ਦਿੱਤੇ, ਪਿਤਾ ਨੂੰ ਕੈਦ ਕਰ ਲਿਆ। ਸੋ ਇਹਨੂੰ ਡਰ ਸੀ ਵੀ ਜੇਕਰ ਮੈਂ ਕਿਸੇ ਨੂੰ ਆਪਣੇ ਭੇਦ ਦੇ ਦੇਵਾਂਗਾ ਤਾਂ ਮੇਰੇ ਭੇਦ ਜਾਣ ਕੇ ਕੋਈ ਮੇਰੇ ਰਾਜ ਭਾਗ ਨੂੰ, ਜਿਵੇਂ ਮੈਂ ਇਹ ਹਥਿਆਇਆ ਸੀ, ਕੋਈ ਇਸ ਤਰ੍ਹਾਂ ਨਾ ਖੋਹ ਲਵੇ। ਪਰਿਵਾਰ ਨਾਲ ਪਿਆਰ ਕਰਨ ਵਾਲਾ। ਔਰੰਗਜ਼ੇਬ ਆਪਣੀ ਇਤਾਲਵੀ ਤੀਜੀ ਪਤਨੀ ਬੇਗਮ ਉਦੈਪੁਰੀ, ਪੁੱਤਰ ਕਾਮ ਬਖਸ਼ ਅਤੇ ਧੀ ਜੀਨਤ ਉਨ ਨਿਸ਼ਾ ਨਾਲ ਬਹੁਤ ਪਿਆਰ ਕਰਦਾ ਹੈ। ਉਹ ਸੁਪਨੇ ਵਿੱਚ ਮੁਅੱਜ਼ਮ ਨੂੰ ਬੇਨਤੀ ਕਰਦਾ ਹੈ ਕਿ ਉਹ ਬੇਗਮ ਉਦੈਪੁਰੀ ਅਤੇ ਕਾਮ ਬਖਸ਼ ਨੂੰ ਨਾ ਮਾਰੇ। ਉਹ ਆਪਣੀ ਧੀ ਜੀਨਤ ਦੁਆਰਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਰੱਬ ਅੱਗੇ ਬੇਨਤੀ ਕਰਦਾ ਹੈ ਕਿ ਰੱਬ ਸਾਰਿਆਂ ਨੂੰ ਇਹੋ ਜਿਹੀ ਧੀ ਦੇਵੇ। ਸੋ ਜਿਵੇਂ ਅਸੀਂ ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਨਾ, ਔਰੰਗਜ਼ੇਬ ਆਪਣੀ ਇਤਾਲਵੀ ਪਤਨੀ ਬੇਗਮ ਉਦੈਪੁਰੀ ਲਈ, ਕਾਮ ਬਖਸ਼ ਅਤੇ ਧੀ ਜੀਨਤ ਨਿਸ਼ਾ ਲਈ ਇਹ ਰੱਬ ਨੂੰ ਅਰਦਾਸ ਕਰਦਾ ਕਿ ਇਹਨਾਂ ਨੂੰ ਨਾ ਮਾਰੀ, ਇਹਨਾਂ ਨੂੰ ਬਖਸ਼ ਦੇਈ ਮੇਰੇ ਮਾਲਕਾ। ਜਿਵੇਂ ਆਪਾਂ ਕਿਸੇ ਨੂੰ ਅਰਦਾਸ ਕਰਦੇ ਹਾਂ ਆਪਣੇ ਪਰਮਾਤਮਾ ਅੱਗੇ ਜਾਂ ਆਪਣੇ ਗੋਡ ਵਾਹਿਗੁਰੂ ਅੱਲਾ ਰਾਮ ਅੱਗੇ। ਅਤੇ ਉਹ ਦੱਸਦਾ ਹੈ ਕਿ ਉਹ ਆਪਣੀ ਧੀ ਜੀਨਤ ਤੋਂ ਬਹੁਤ ਖੁਸ਼ ਹੈ ਕਿਉਂਕਿ ਉਹਦੀ ਬੁਢੇਪੇ ਵਿੱਚ ਉਹ ਸੇਵਾ ਕਰਦੀ ਆ ਅਤੇ ਉਹ ਕਹਿੰਦਾ ਕਿ ਐਸੀ ਧੀ ਰੱਬ ਸਭ ਨੂੰ ਦੇਵੇ। ਬੇਵੱਸ ਇਨਸਾਨ। ਉਸਨੇ ਆਪਣੇ ਪਹਿਲੇ ਸਮੇਂ ਵਿੱਚ ਲੋਕਾਂ ਨੂੰ ਬਹੁਤ ਦਰਦ ਦਿੱਤਾ ਸੀ, ਪਰ ਹੁਣ ਬੁਢੇਪੇ ਦੇ ਸਮੇਂ ਦੇਸ਼ ਵਿੱਚ ਥਾਂ ਥਾਂ ਤੋਂ ਉੱਠ ਰਹੀਆਂ ਬਗਾਵਤਾਂ ਕਰਕੇ ਬਿਲਕੁਲ ਬੇਵੱਸ ਹੋ ਚੁੱਕਾ। ਗੁਰੂ ਜੀ ਵੱਲੋਂ ਆਇਆ ਖੱਤ ਜਾਫਰਨਾਮਾ ਪੜ੍ਹ ਕੇ
ਉਸ ਦੀ ਰੂਹ ਕੰਬ ਗਈ। ਉਹ ਗੁਰੂ ਜੀ ਤੇ ਉਹਨਾਂ ਦੇ ਪੁੱਤਰਾਂ ਉੱਪਰ ਜ਼ੁਲਮ ਢਾਉਣ ਵਾਲੇ ਵਜ਼ੀਰ ਖਾਂ ਨੂੰ ਸਜ਼ਾ ਦੇਣ ਲਈ ਵੀ ਆਪਣੀ ਬੇਵਸੀ ਜ਼ਾਹਰ ਕਰਦਾ ਹੈ। ਉਹ ਚਾਹੁੰਦਾ ਸੀ ਕਿ ਮੈਂ ਹੁਣ ਉਹ ਵਜ਼ੀਰ ਖਾਂ ਨੂੰ, ਜਿਹਨੇ ਮੇਰਾ ਨਾਮ ਲੈ ਕੇ ਛੋਟੇ ਬੱਚਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣ ਦਿੱਤਾ, ਕਿ ਜੇ ਮੇਰਾ ਬਸ ਚੱਲੇ ਤਾਂ ਮੈਂ ਉਸ ਨੂੰ ਸਜ਼ਾ ਦੇ ਦੇਵਾਂ। ਬਟ ਉਹ ਇਸ ਟਾਈਮ ਉਮਰ ਦੀ ਐਸੀ ਦਹਲੀਜ਼ 'ਤੇ ਆ ਕਿ ਉਹ ਆਪਣੇ ਆਪ ਨੂੰ ਬੇਵੱਸ ਸਮਝਦਾ ਕਿ ਮੈਂ ਹੁਣ ਕੁਝ ਵੀ ਨਹੀਂ ਕਰ ਸਕਦਾ। ਅੰਤ ਸਮੇਂ ਸੱਚ ਨੂੰ ਸਵੀਕਾਰ ਕਰ ਲੈਣ ਵਾਲਾ। ਗੁਰੂ ਜੀ ਦਾ ਆਇਆ ਖੱਤ ਪੜ੍ਹ ਕੇ ਔਰੰਗਜ਼ੇਬ ਆਪਣੇ ਰਾਜ ਵਿੱਚ ਹੋਏ ਜ਼ੁਲਮਾਂ ਕਾਰਨ ਬੇਚੈਨ ਹੋ ਜਾਂਦਾ ਹੈ ਅਤੇ ਆਪਣੀ ਹਾਰ ਸਵੀਕਾਰ ਕਰਦਾ ਹੈ। ਅਸਦ ਖਾਨ ਦੀ ਸਲਾਹ ਅਨੁਸਾਰ ਗੁਰੂ ਜੀ ਨੂੰ ਸੁਲਾਹ ਕਰਨ ਲਈ ਬੁਲਾਉਣ ਦਾ ਫੈਸਲਾ ਕਰਦਾ। ਸੁਲਾਹ ਤੋਂ ਭਾਵ ਹੁੰਦਾ ਕਿ ਜਿਵੇਂ ਗੁਰੂ ਜੀ ਆਪਣੇ ਉਸ ਜਾਫਰਨਾਮੇ ਖੱਤ ਵਿੱਚ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਨੇ, ਅਤੇ ਜਿਵੇਂ ਅਸੀਂ ਕਹਿੰਦੇ ਕਿ ਚਲੋ ਭਾਈ ਆ ਜਾਓ ਆਪਾਂ ਸੁਲਾਹ ਕਰ ਲੈਂਦੇ ਹਾਂ, ਗੁਰੂ ਜੀ ਨੂੰ ਜੋ ਮੇਰੇ ਤੋਂ ਗਲਤੀਆਂ ਹੋਈਆਂ ਨੇ ਮੈਂ ਉਹ ਆਪਣੀਆਂ ਗਲਤੀਆਂ ਮੰਨ ਲੈਂਦਾ। ਐਂਡ 'ਤੇ ਆ ਕੇ ਜਦੋਂ ਉਹਦੀ ਸਟੇਜ ਬੇਟਾ ਇਸ ਤਰ੍ਹਾਂ ਦੀ ਮਤਲਬ ਸਥਿਤੀ ਦੇ ਵਿੱਚ ਉਹ ਪਹੁੰਚ ਜਾਂਦਾ, ਅਤੇ ਫਿਰ ਆਖਰ ਉਹ ਆਪਣੇ ਸਾਰੇ ਗੁਨਾਹ ਨੂੰ ਕਬੂਲ ਕਰਨ ਲਈ ਗੁਰੂ ਜੀ ਨੂੰ ਭਾਈ ਦਇਆ ਸਿੰਘ ਜੀ ਦੇ ਮਾਧਿਅਮ ਰਾਹੀਂ ਸੁਨੇਹਾ ਭੇਜਦਾ ਕਿ ਆਓ ਜੀ, ਔਰੰਗਜ਼ੇਬ ਤੁਹਾਨੂੰ ਬੁਲਾਉਂਦਾ, ਉਹ ਤੁਹਾਡੇ ਨਾਲ ਸੁਲਾਹ ਕਰਨੀ ਚਾਹੁੰਦਾ। ਸੋ ਇਸ ਜਾਫਰਨਾਮੇ ਦਾ ਮੁੱਖ ਪਾਤਰ ਔਰੰਗਜ਼ੇਬ ਬੇਟਾ, ਉਹ ਜਾਫਰਨਾਮੇ ਨੂੰ ਪੜ੍ਹਨ ਤੋਂ ਬਾਅਦ ਉਹਦੇ ਵਿੱਚ ਕੀ ਤਬਦੀਲੀ ਆਉਂਦੀ ਹੈ ਉਹ ਲਾਸਟ ਦੇ ਵਿੱਚ ਅਸੀਂ ਇਹ ਮਹਿਸੂਸ ਕਰਦੇ ਹਾਂ ਇਹਨਾਂ ਲਿਖਤ ਦੇ ਮਾਧਿਅਮ ਰਾਹੀਂ, ਕਿ ਉਹ ਐਂਡ ਦੇ ਉੱਪਰ ਉਹ ਆਪਣੇ ਸਾਰੇ ਗੁਨਾਹ ਨੂੰ ਕਬੂਲ ਕਰਦਾ ਅਤੇ ਗੁਰੂ ਜੀ ਨਾਲ ਸੁਲਾਹ ਕਰਨ ਲਈ ਉਹਨਾਂ ਨੂੰ ਸੁਨੇਹਾ ਭੇਜਦਾ ਹੈ। ਸੋ ਅਗਲਾ ਪਾਤਰ ਹੈ ਜੀਨਤ ਉਨ ਨਿਸ਼ਾ। ਇਹਨਾਂ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਸੋ ਜਿਹੜਾ ਬੇਟਾ ਇਹ ਹੈ ਜੀਨਤ ਉਨ ਨਿਸ਼ਾ ਦਾ ਚਰਿੱਤਰ ਚਿੱਤਰਨ ਜੇਕਰ ਅਸੀਂ ਦੇਖਦੇ ਹਾਂ ਤਾਂ ਇਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜੀ ਜੀਨਤ ਉਨ ਨਿਸ਼ਾ ਜਾਫਰਨਾਮਾ ਇਕਾਂਗੀ ਦੀ ਇੱਕ ਮਹੱਤਵਪੂਰਨ ਪਾਤਰ ਹੈ। ਇਕਾਂਗੀ ਵਿੱਚ ਉਹ ਔਰੰਗਜ਼ੇਬ ਅਤੇ ਬੇਗਮ ਉਦੈਪੁਰੀ ਦੀ ਧੀ ਹੈ। ਉਸ ਦੀ ਉਮਰ 30 ਸਾਲ ਹੈ। ਕਾਮਬਖਸ਼ ਰਿਸ਼ਤੇ ਵਿੱਚ ਉਸ ਦਾ ਭਰਾ ਲੱਗਦਾ ਹੈ। ਹਾਂਜੀ, ਜਿਵੇਂ ਕਿ ਅਸੀਂ ਉੱਪਰ ਪੜ੍ਹਿਆ ਹੈ ਕਿ ਜਿਹੜੀ ਜੀਨਤ ਉਨ ਨਿਸਾ ਉਹ ਔਰੰਗਜ਼ੇਬ ਦੀ ਧੀ ਹੈ ਅਤੇ ਕਾਮਬਖਸ਼ ਜਿਹੜਾ ਉਸ ਦਾ ਭਰਾ ਲੱਗਦਾ ਹੈ, ਅਤੇ ਇਸ ਦੀ ਜਿਹੜੀ ਉਮਰ ਹੈ ਉਹ 30 ਸਾਲ ਹੈ। ਸੋ ਔਰੰਗਜ਼ੇਬ ਕਹਿੰਦਾ ਹੈ ਕਿ ਐਸੀ ਧੀ ਹਰੇਕ ਦੇ ਘਰ ਹੋਵੇ, ਕਿਉਂਕਿ ਉਹ ਆਪਣੀ ਧੀ ਹੋਣ ਦਾ ਫਰਜ਼ ਅਦਾ ਕਰਦੀ ਹੈ, ਅਤੇ ਔਰੰਗਜ਼ੇਬ ਆਪਣੀ ਉਮਰ ਦੀ ਐਸੀ ਦਹਲੀਜ਼ 'ਤੇ ਖੜ੍ਹਾ ਜਿੱਥੇ ਉਸ ਨੂੰ ਇਹ ਹੈ ਕਿ ਕੋਈ ਬਗਾਵਤ ਕੋਈ ਪਤਾ ਨਹੀਂ ਕਿਸ ਪਾਸਿਓਂ ਆ ਜਾਵੇ, ਅਤੇ ਜਿਵੇਂ ਮੈਂ ਆਪਣੇ ਪਿਤਾ ਨੂੰ ਕੈਦ ਕਰ ਦਿੱਤਾ ਸੀ ਕਿ ਕਿਤੇ ਮੇਰੀ ਔਲਾਦ ਵੀ ਮੈਨੂੰ ਕੈਦ ਨਾ ਕਰ ਦੇਵੇ। ਬਟ ਇਹਦੇ ਉਲਟ ਜਿਹੜੀ ਉਹਦੀ ਧੀ ਆ ਬਹੁਤ ਉਹਦੀ ਸੇਵਾ ਕਰਦੀ ਔਰੰਗਜ਼ੇਬ ਦੀ, ਅਤੇ ਉਹ ਐਂਡ ਦੇ ਉੱਪਰ ਕਹਿੰਦਾ ਵੀ ਹੈ ਕਿ ਐਸੀ ਧੀ ਰੱਬ ਸਭ ਨੂੰ ਦੇਵੇ। ਸੋ ਆਓ ਅਸੀਂ ਪੜ੍ਹਦੇ ਹਾਂ ਅਗਲਾ ਪੁਆਇੰਟ। ਜੀਨਤ ਉਨ ਨਿਸ਼ਾ ਆਪਣੇ ਪਿਤਾ ਦੀ ਸੇਵਾ ਕਰਨ ਵਾਲੀ। ਜੀਨਤ ਇਕਾਂਗੀ ਵਿੱਚ ਆਪਣੇ ਪਿਤਾ ਔਰੰਗਜ਼ੇਬ ਦਾ ਬਹੁਤ ਖਿਆਲ ਰੱਖਦੀ ਹੈ। ਉਸ ਨੇ ਆਪਣੇ ਪ੍ਰਤੀ ਪਿਆਰ ਅਤੇ ਸੇਵਾ ਭਾਵ ਨੂੰ ਦੇਖ ਕੇ ਹੁਣ ਉਸ ਦੇ ਆਪਣੇ ਪ੍ਰਤੀ ਪਿਆਰ ਅਤੇ ਸੇਵਾ ਭਾਵ ਨੂੰ ਦੇਖ ਕੇ ਔਰੰਗਜ਼ੇਬ ਉਸ ਦੀ ਪ੍ਰਸ਼ੰਸਾ ਕਰਦਾ ਹੋਇਆ ਕਹਿੰਦਾ ਹੈ ਕਿ ਰੱਬ ਜੀਨਤ ਵਰਗੀ ਧੀ ਹਰ ਕਿਸੇ ਨੂੰ ਦੇਵੇ। ਸੋ ਇੱਥੇ ਦੇਖਿਆ ਜਾਂਦਾ ਕਿ ਜਿਵੇਂ ਆਮ ਇੱਕ ਸਧਾਰਨ ਧੀਆਂ ਪੁੱਤਰ ਆਪਣੇ ਪਿਤਾ ਦੀ ਸੇਵਾ ਕਰਦੇ ਨੇ, ਅਤੇ ਜੀਨਤ ਵੀ ਆਪਣੇ ਪਿਤਾ ਦੀ ਖੂਬ ਸੇਵਾ ਕਰਦੀ ਹੈ। ਆਪਣੇ ਪਿਤਾ ਦੀਆਂ ਕਮਜ਼ੋਰੀਆਂ ਤੋਂ ਜਾਣੂ ਤੋਂ ਭਾਵ ਹੁੰਦਾ ਜਿਸ ਨੂੰ ਪਤਾ ਹੋਵੇ। ਜੀਨਤ ਆਪਣੇ ਪਿਤਾ ਔਰੰਗਜ਼ੇਬ ਦੀਆਂ ਕਮਜ਼ੋਰੀਆਂ ਤੋਂ ਜਾਣੂ ਹੈ। ਇਸ ਬਾਰੇ ਔਰੰਗਜ਼ੇਬ ਆਪਣੇ ਆਹਲਾ ਅਹਿਲਕਾਰ ਅਤੇ ਦਿਲੀ ਦੋਸਤ ਅਸਦ ਖਾਨ ਨੂੰ ਦੱਸਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਉਹ ਆਪਣੀ ਧੀ ਦੀਆਂ ਨਜ਼ਰਾਂ ਵਿੱਚ ਹੋਰ ਨਹੀਂ ਡਿੱਗਣਾ ਚਾਹੁੰਦਾ। ਅਗਲਾ ਪੁਆਇੰਟ ਹੈ ਪਿਤਾ ਦੀਆਂ ਗੱਲਾਂ ਤੋਂ ਨਾਰਾਜ਼। ਜਦੋਂ ਉਸ ਨੂੰ ਆਪਣੇ ਪਿਤਾ ਔਰੰਗਜ਼ੇਬ ਦੁਆਰਾ ਕੀਤੇ ਜ਼ੁਲਮਾਂ, ਝੂਠੀਆਂ ਕਸਮਾਂ ਚੁੱਕਣ ਅਤੇ ਗੁਰੂ ਜੀ ਦੇ ਬੱਚਿਆਂ ਉੱਪਰ ਕੀਤੇ ਕਤਲ ਬਾਰੇ ਪਤਾ ਲੱਗਦਾ ਹੈ ਤਾਂ ਉਹ ਪਿਤਾ ਤੋਂ ਨਾਰਾਜ਼ ਹੋਈ
ਉਸ ਨੂੰ ਕਹਿੰਦੀ ਹੈ ਕਿ ਉਹ ਉਸ ਦੀ ਰੂਹ ਨੂੰ ਕਿਆਮਤ ਤੱਕ ਵੀ ਚੈਨ ਨਹੀਂ ਮਿਲੇਗਾ। ਜਦੋਂ ਉਹਨੂੰ ਪਤਾ ਲੱਗਦਾ ਬੇਟਾ ਕਿ ਮੇਰੇ ਪਿਤਾ ਜੀ ਦੇ ਇਸ਼ਾਰੇ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦੇ 7 ਤੇ 9 ਸਾਲਾਂ ਦੇ ਛੋਟੇ ਬੱਚਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਅਤੇ ਉਹ ਕਹਿੰਦੀ ਆ ਆਪਣੇ ਪਿਤਾ ਨੂੰ, ਕਹਿੰਦੇ ਤੁਹਾਨੂੰ ਕਿਆਮਤ ਤੱਕ ਵੀ ਚੈਨ ਨਹੀਂ ਮਿਲੇਗਾ, ਤੁਸੀਂ ਐਡੇ ਐਡੇ ਪਾਪ ਕੀਤੇ ਹਨ। ਜ਼ੁਲਮਾਂ ਨੂੰ ਨਾ ਸਹਾਰ ਸਕਣ ਵਾਲੀ ਉਹ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਉੱਪਰ ਵਜ਼ੀਰ ਖਾਨ ਦੁਆਰਾ ਕੀਤੇ ਜ਼ੁਲਮਾਂ ਬਾਰੇ ਸੁਣ ਕੇ ਚੀਖ ਉੱਠਦੀ ਹੈ। ਉਹ ਆਪਣੇ ਪਿਤਾ ਔਰੰਗਜ਼ੇਬ ਨੂੰ ਸਵਾਲ ਕਰਦੀ ਹੋਈ ਕਹਿੰਦੀ ਹੈ ਕਿ ਆਪਣੇ ਪੁੱਤਰ ਅਕਬਰ ਅਤੇ ਬੇਟੀ ਜੇਬ ਉਨ ਨਿਸ਼ਾ ਦੀ ਮੌਤ ਬਾਰੇ ਸੁਣ ਕੇ ਤਾਂ ਉਹ ਬੇਹੱਦ ਰੋਏ ਸਨ, ਪਰ ਅੱਜ ਮਾਸੂਮ ਬੱਚਿਆਂ ਉੱਪਰ ਹੋਏ ਜ਼ੁਲਮ 'ਤੇ ਉਹ ਚੁੱਪ ਕਿਉਂ ਖੜ੍ਹੇ ਹਨ। ਸੋ ਕਹਿੰਦੀ ਆ ਉਹਦੀ ਬੇਟੀ ਕਿ ਜਦੋਂ ਤੁਹਾਡੇ ਬੱਚੇ ਮਰਦੇ ਨੇ ਤਾਂ ਤੁਸੀਂ ਕਿਵੇਂ ਰੋਏ ਸੀ, ਕਿੱਡਾ ਦੁੱਖ ਹੋਇਆ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਸ਼ਹੀਦ ਕਰਵਾ ਦਿੱਤਾ ਤੁਸੀਂ, ਵਜ਼ੀਰ ਖਾਨ ਨੂੰ ਆਪਣੇ ਇਸ਼ਾਰੇ ਦੇ ਉੱਪਰ ਉਹਨਾਂ ਨੂੰ ਕਿਹਾ ਕਿ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਜਾਵੇ, ਤੁਹਾਡੇ ਹੁਕਮਾਂ ਨਾਲ ਉਹ ਬੱਚੇ ਸ਼ਹੀਦ ਹੋਏ ਨੇ। ਜਾਂ ਇਹ ਜਿਹੜੀ ਸ਼ਹਾਦਤ ਹੁੰਦੀ ਆ ਬੱਚਿਆਂ ਦੀ, ਵੀ ਤੁਹਾਡਾ ਮਨ ਉਸ ਟਾਈਮ ਕਿੱਥੇ ਸੀ, ਤੁਹਾਨੂੰ ਜ਼ਰਾ ਵੀ ਇਹ ਨਹੀਂ ਲੱਗਿਆ ਕਿ ਉਹਨਾਂ ਦੇ ਮਾਤਾ ਪਿਤਾ ਕੀ ਸੋਚਣਗੇ ਜਦੋਂ ਤੁਸੀਂ ਬੱਚਿਆਂ 'ਤੇ ਐਡੇ ਜ਼ੁਲਮ ਢਾਹੇ। ਸੋ ਇਹ ਇੱਕ ਸੰਵੇਦਨਸ਼ੀਲ ਪਾਤਰ ਆ ਜਿਹੜੀ ਧੀ ਆ ਇਸ ਜਾਫਰਨਾਮਾ ਇਕਾਂਗੀ ਦੇ ਵਿੱਚ। ਸੋ ਅਗਲਾ ਪਾਤਰ ਹੈ ਅਰਸ਼ਦ ਖਾਨ ਦਾ ਚਰਿੱਤਰ ਚਿੱਤਰਨ ਕਰੋ। ਅਰਸ਼ਦ ਖਾਨ ਕੌਣ ਹੈ? ਜਾਣ ਪਛਾਣ। ਅਰਸ਼ਦ ਖਾਨ ਜਾਫਰਨਾਮਾ ਇਕਾਂਗੀ ਦਾ ਇੱਕ ਪਾਤਰ ਹੈ। ਉਹ ਔਰੰਗਜ਼ੇਬ ਦਾ ਆਹਲਾ ਅਹਿਲਕਾਰ ਅਤੇ ਦਿਲੀ ਦੋਸਤ ਵੀ ਹੈ। ਉਹ ਔਰੰਗਜ਼ੇਬ ਦੇ ਬਹੁਤ ਸਾਰੇ ਰਾਜ ਅਤੇ ਕਮਜ਼ੋਰੀਆਂ ਤੋਂ ਜਾਣੂ ਹੈ। ਇੱਕ ਵਿਸ਼ਵਾਸਯੋਗ ਦੋਸਤ। ਉਹ ਬਾਦਸ਼ਾਹ ਔਰੰਗਜ਼ੇਬ ਦਾ ਇੱਕ ਵਿਸ਼ਵਾਸਯੋਗ ਦੋਸਤ ਹੈ। ਇਕਾਂਗੀ ਵਿੱਚ ਔਰੰਗਜ਼ੇਬ ਕਹਿੰਦਾ ਹੈ, ਮੈਂ ਆਪਣੀ ਕਮਜ਼ੋਰੀ ਕਿਸੇ ਸਾਹਮਣੇ ਜ਼ਾਹਰ ਨਹੀਂ ਕਰਨੀ ਚਾਹੁੰਦਾ, ਪਰ ਤੇਰੇ ਉੱਤੇ ਮੈਨੂੰ ਮੁਕੰਮਲ ਭਰੋਸਾ ਹੈ, ਤੂੰ ਮੈਨੂੰ ਜ਼ਰੂਰ ਸਹੀ ਮਸ਼ਵਰਾ ਦੇਵੇਂਗਾ। ਸੋ ਬੇਟਾ ਇੱਥੋਂ ਪਤਾ ਲੱਗਦਾ ਕਿ ਉਹ ਕਿੱਡਾ ਵਿਸ਼ਵਾਸ ਪਾਤਰ ਆ, ਕਿਉਂਕਿ ਜਿਹੜਾ ਔਰੰਗਜ਼ੇਬ ਆਮ ਕਿਸੇ 'ਤੇ ਵਿਸ਼ਵਾਸ ਨਹੀਂ ਕਰਦਾ, ਪਰ ਇਸ ਬੰਦੇ 'ਤੇ ਵਿਸ਼ਵਾਸ ਕਰਕੇ ਉਹਨੂੰ ਇਹ ਗੱਲ ਕਹਿੰਦਾ ਕਿ ਮੈਂ ਉਮੀਦ ਕਰਦਾ ਕਿ ਤੂੰ ਮੈਨੂੰ ਚੰਗਾ ਮਸ਼ਵਰਾ ਦੇਵੇਂਗਾ। ਅਗਲਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ। ਜਿਹੜਾ ਇਹ ਕਰੈਕਟਰ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਕਿਵੇਂ ਪ੍ਰਭਾਵਿਤ ਹੈ? ਉਹ ਗੁਰੂ ਜੀ ਤੋਂ ਪ੍ਰਭਾਵਿਤ ਹੈ। ਉਹ ਔਰੰਗਜ਼ੇਬ ਨੂੰ ਗੁਰੂ ਜੀ ਦੁਆਰਾ ਲਿਖੇ ਗਏ ਜਾਫਰਨਾਮੇ ਬਾਰੇ ਕਹਿੰਦਾ ਹੈ, ਅੱਲਾ ਦੇ ਆਸ਼ਕਾਂ ਨੂੰ ਕਿਸੇ ਦਾ ਡਰ ਭੈ ਨਹੀਂ ਹੁੰਦਾ, ਖਰੀਆਂ ਖਰੀਆਂ ਲਿਖ ਦਿੱਤੀਆਂ ਹੋਣਗੀਆਂ ਜੋ ਹਜ਼ੂਰ ਦੀ ਜ਼ਮੀਰ ਨੂੰ ਟੁੰਬ ਰਹੀਆਂ ਹਨ। ਉਹ ਗੁਰੂ ਜੀ ਬਾਰੇ ਕਹਿੰਦਾ ਹੈ ਕਿ ਇਹ ਸਾਰੇ ਮੰਨਦੇ ਹਨ ਕਿ ਉਹ ਅਜ਼ਮਤ ਵਾਲਾ ਪੀਰ ਹੈ। ਉਹ ਕਹਿੰਦਾ ਹੈ ਕਿ ਔਰੰਗਜ਼ੇਬ ਨੂੰ ਕਿ ਬੜੀ ਸੱਚੀਆਂ ਅਤੇ ਖਰੀਆਂ ਗੱਲਾਂ ਲਿਖੀਆਂ ਨੇ ਜਿਹੜੀਆਂ ਹਜ਼ੂਰ ਤੁਹਾਨੂੰ ਟੁੰਬ ਰਹੀਆਂ ਨੇ। ਕਹਿੰਦੇ ਇਹ ਤਾਂ ਅੱਲਾ ਦੇ ਆਸ਼ਕ ਨੇ। ਗੁਰੂ ਗੋਬਿੰਦ ਸਿੰਘ ਜੀ ਬਾਰੇ ਕਹਿੰਦਾ ਕਿ ਇਹਨਾਂ ਨੂੰ ਕੋਈ ਡਰ ਭੈ ਨਹੀਂ, ਜੋ ਸੱਚਾਈ ਸੀ ਉਹਨਾਂ ਨੇ ਲਿਖ ਦਿੱਤੀ। ਅਤੇ ਕਹਿੰਦਾ ਹੈ ਕਿ ਲੋਕ ਤਾਂ ਇਹਨਾਂ ਨੂੰ ਅਜ਼ਮਤ ਵਾਲਾ ਪੀਰ ਮੰਨਦੇ ਨੇ ਕਿ ਜਿਨ੍ਹਾਂ ਦੇ ਪਰਿਵਾਰ ਦੇ ਉੱਪਰ ਤੁਸੀਂ ਐਡੇ ਕਹਿਰ ਢਾਏ ਨੇ, ਤੁਸੀਂ ਜ਼ਰਾ ਵੀ ਖੁਦਾ ਤੋਂ ਨਹੀਂ ਡਰੇ। ਫਕੀਰ ਤੋਂ ਡਰਨ ਵਾਲਾ ਜਾਂ ਫਕੀਰਾਂ ਤੋਂ ਡਰਨ ਵਾਲਾ। ਉਹ ਫਕੀਰਾਂ ਦੀਆਂ ਬਦ ਦੁਆਵਾਂ ਤੋਂ ਡਰਦਾ ਹੈ। ਉਹ ਬਾਦਸ਼ਾਹ ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਫਕੀਰਾਂ ਦੀ ਬਦ ਦੁਆ ਤੋਂ ਖੁਦਾ ਬਚਾਏ। ਕਹਿੰਦਾ ਵੀ ਕੋਈ ਪੀਰ ਪੈਗੰਬਰ ਜਦੋਂ ਕੋਈ ਬਦ ਦੁਆ ਦਿੰਦਾ ਨਾ ਤਾਂ ਉਹ ਰੱਬ ਦੇ ਘਰੋਂ ਵੀ ਉਹ ਪੂਰੀ ਹੋ ਜਾਂਦੀ ਆ। ਸੋ ਕਹਿੰਦਾ ਵੀ ਜੇ ਕੋਈ ਪੀਰ ਪੈਗੰਬਰ ਕੋਈ ਸਾਧੂ ਸਾਨੂੰ ਬਦ ਦੁਆ ਦਿੰਦਾ ਤਾਂ ਸਾਨੂੰ ਉਸ ਤੋਂ ਬਚਣਾ ਚਾਹੀਦਾ, ਕੋਈ ਐਸਾ ਕਾਰਜ ਨਹੀਂ ਕਰਨਾ ਚਾਹੀਦਾ ਕਿ ਕੋਈ ਸਾਨੂੰ ਬਦ ਦੁਆ ਦੇਵੇ। ਸੋ ਬੇਟਾ ਜਿਹੜਾ ਜਾਫਰਨਾਮਾ, ਜੇ ਅਸੀਂ ਪੰਜਾਬੀ 'ਚ ਇਹਨੂੰ ਕਹੀਏ ਕਿ ਇਹ ਇੱਕ ਬਦ ਦੁਆਈ ਸੀ, ਜਾਫਰਨਾਮਾ ਸੀ ਨਾ ਜਿਹੜਾ, ਜੋ ਅਸੀਂ ਕਹਿੰਦੇ ਕਿ ਭਾਈ ਤੂੰ ਸਾਡਾ ਕੱਖ ਨਹੀਂ ਛੱਡਿਆ ਅਤੇ ਰੱਬ ਤੇਰਾ ਵੀ ਕੱਖ ਨਾ ਛੱਡੇ, ਤਾਂ ਇਹ ਇੱਕ ਬਦ ਦੁਆ ਹੋ ਸਕਦੀ ਹੈ। ਜੇ ਅਸੀਂ ਕਹੀਏ ਹੋ ਸਕਦੀ ਹੈ ਕਿ ਹੈਗੀ ਹੈ ਬੇਟਾ ਇਹ, ਜਦੋਂ ਕੋਈ ਤੁਹਾਡਾ ਨੁਕਸਾਨ ਕਰੇ ਕਿ ਤੁਸੀਂ ਉਹਨੂੰ ਦੁਆ ਦਿਓਗੇ, ਤਾਂ ਗੁਰੂ ਪਾਤਸ਼ਾਹ ਨੇ ਸ਼ਬਦਾਂ ਦੇ ਵਿੱਚ ਬਦ ਦੁਆ ਦਿੱਤੀ ਹੈ ਬੇਟਾ, ਸਿੱਧੇ ਰੂਪ 'ਚ ਨਹੀਂ ਕਿਹਾ, ਟੇਢੇ ਰੂਪ ਦੇ ਵਿੱਚ ਉਹਨੂੰ ਸ਼ਬਦਾਂ ਰਾਹੀਂ ਬਦ ਦੁਆ ਦਿੱਤੀ ਸੀ। ਅਤੇ ਜਿਹਨੂੰ ਉਹ ਪੜ੍ਹ ਕੇ ਸਮਝ ਕੇ ਫਿਰ ਆਪਣੇ ਮਨ ਦਾ ਚੈਨ ਖੋ ਬੈਠਦਾ, ਉਹਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਔਰੰਗਜ਼ੇਬ ਦੀ, ਇਹ ਜਾਫਰਨਾਮਾ ਪੜ੍ਹਨ ਅਤੇ ਸੁਣਨ ਤੋਂ ਬਾਅਦ। ਅੱਗੇ ਅਸੀਂ ਗੱਲ ਫੇਰ ਕਰਦੇ ਹਾਂ ਕਿ ਅਰਸ਼ਦ ਖਾਨ ਕੌਣ ਸੀ, ਇਹਦੇ ਕਰੈਕਟਰ ਨੂੰ ਅੱਗੇ
ਇਹਦੇ ਵਿੱਚ ਜਿਹੜਾ ਅਸੀਂ ਪੁਆਇੰਟ ਲਿਖਣਾ ਹੈ ਉਹ ਹੈ ਕਿ ਇੱਕ ਯੋਗ ਅਤੇ ਸਿਆਣਾ ਸਲਾਹਕਾਰ। ਅਰਸ਼ਦ ਖਾਨ ਇੱਕ ਯੋਗ ਅਤੇ ਸਿਆਣਾ ਸਲਾਹਕਾਰ ਹੈ। ਉਹ ਔਰੰਗਜ਼ੇਬ ਨੂੰ ਸਹੀ ਸਮੇਂ ਦੀ ਸਹੀ ਸਲਾਹ ਦਿੰਦਾ ਹੈ। ਉਹ ਵਿਗੜੇ ਹਾਲਾਤ ਨੂੰ ਸਮਝ ਕੇ ਔਰੰਗਜ਼ੇਬ ਨੂੰ ਦੱਖਣ ਵੱਲ ਨਾ ਜਾਣ ਅਤੇ ਗੁਰੂ ਜੀ ਨੂੰ ਸੁਲਾਹ ਕਰਨ ਦੀ ਸਲਾਹ ਦਿੰਦਾ ਹੈ। ਕਹਿੰਦਾ ਗੁਰੂ ਜੀ ਨਾਲ ਸੁਲਾਹ ਕਰ ਲਓ ਅਤੇ ਤੁਸੀਂ ਦੱਖਣ ਵੱਲ ਨਾ ਜਾਇਓ। ਸੋ ਉਹ ਜਿਹੜਾ ਉਹਦਾ ਚੰਗਾ ਦੋਸਤ ਵੀ ਔਰੰਗਜ਼ੇਬ ਦਾ, ਅਤੇ ਉਹਦੇ ਜੀਵਨ ਬਾਰੇ, ਉਹਦੀਆਂ ਕਮੀਆਂ ਕਮਜ਼ੋਰੀਆਂ ਬਾਰੇ ਇੱਕ ਜਿਵੇਂ ਅਸੀਂ ਕਹਿੰਦੇ ਹਾਂ ਕਿ ਚੰਗਾ ਉਹਦਾ ਸਲਾਰੂ ਹੈ, ਸਲਾਹ ਦਿੰਦਾ ਉਹਨੂੰ, ਚੰਗੀ ਅਤੇ ਬੁਰੀ ਸਲਾਹ ਦੋਨਾਂ ਬਾਰੇ ਉਹ ਜੋ ਔਰੰਗਜ਼ੇਬ ਨੂੰ ਜਦੋਂ ਵੀ ਗਾਈਡ ਕਰਦਾ ਤਾਂ ਉਹਦਾ ਫਿਰ ਵਿਸ਼ਵਾਸਯੋਗ ਜਿਹੜਾ ਪਾਤਰ ਬਣਿਆ ਹੋਇਆ ਹੈ। ਅਗਲਾ ਕਰੈਕਟਰ ਹੈ ਬੇਗਮ ਉਦੈਪੁਰੀ ਦਾ ਚਰਿੱਤਰ ਚਿੱਤਰਨ। ਜਾਣ ਪਛਾਣ। ਬੇਗਮ ਉਦੈਪੁਰੀ ਜਾਫਰਨਾਮਾ ਇਕਾਂਗੀ ਦੀ ਇੱਕ ਨਿਮਨ ਪਾਤਰ ਹੈ। ਉਹ ਔਰੰਗਜ਼ੇਬ ਦੀ ਤੀਜੀ ਇਤਾਲਵੀ ਪਤਨੀ ਹੈ। ਸਹਿਜ਼ਾਦਾ ਕਾਮ ਬਖਸ਼ ਅਤੇ ਸਹਿਜ਼ਾਦੀ ਜੀਨਤ ਉਨ ਨਿਸ਼ਾ ਉਸ ਦੇ ਬੱਚੇ ਹਨ। ਅੱਗੇ ਪੜ੍ਹਦੇ ਹਾਂ ਬੇਗਮ ਬਾਰੇ ਕਿ ਪਤੀ ਦੇ ਪਿਆਰ ਦੀ ਪਾਤਰ। ਇਕਾਂਗੀ ਵਿੱਚ ਬਾਦਸ਼ਾਹ ਔਰੰਗਜ਼ੇਬ ਉਸ ਨੂੰ ਸਭ ਤੋਂ ਵੱਧ ਚਾਹੁੰਦਾ ਹੈ। ਉਹ ਸੁਪਨੇ ਵਿੱਚ ਮੁਅੱਜ਼ਮ ਨੂੰ ਬੇਨਤੀ ਕਰਦਾ ਹੈ ਕਿ ਉਹ ਬੇਗਮ ਉਦੈਪੁਰੀ ਅਤੇ ਕਾਮ ਬਖਸ਼ ਨੂੰ ਨਾ ਮਾਰੇ। ਪਤੀ ਦੀ ਸਿਹਤ ਦੀ ਚਿੰਤਾ ਕਰਨ ਵਾਲੀ, ਉਹ ਆਪਣੇ ਪਤੀ ਬਾਦਸ਼ਾਹ ਔਰੰਗਜ਼ੇਬ ਦੀ ਸਿਹਤ ਪ੍ਰਤੀ ਕਾਫੀ ਚਿੰਤਿਤ ਹੈ। ਉਹ ਉਸ ਨੂੰ ਪਰੇਸ਼ਾਨ ਦੇਖ ਕੇ ਬਹੁਤ ਫਿਕਰਮੰਦ ਹੁੰਦੀ ਹੈ ਅਤੇ ਉਸ ਦੀ ਆਗਿਆ ਲਏ ਬਿਨਾਂ ਹੀ ਸ਼ਾਹੀ ਹਕੀਮ ਅਤੇ ਅਸਦ ਖਾਨ ਨੂੰ ਬੁਲਾਵਾ ਭੇਜ ਦਿੰਦੀ ਹੈ। ਉਹ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਉਸ ਦੀ ਸੇਵਾ ਤੋਂ ਬਿਨਾਂ ਉਸ ਦੀ ਜ਼ਿੰਦਗੀ ਦਾ ਹੋਰ ਕੋਈ ਮਕਸਦ ਨਹੀਂ। ਪਤੀ ਤੋਂ ਡਰਨ ਵਾਲੀ, ਉਹ ਆਪਣੇ ਪਤੀ ਔਰੰਗਜ਼ੇਬ ਤੋਂ ਡਰਦੀ ਹੈ। ਉਹ ਆਪਣੇ ਪਤੀ ਔਰੰਗਜ਼ੇਬ ਤੋਂ ਡਰਦੀ ਹੀ ਉਸ ਦੇ ਕਮਰੇ ਵਿੱਚ ਦਾਖਲ ਹੁੰਦੀ ਹੈ। ਜਦੋਂ ਔਰੰਗਜ਼ੇਬ ਉਸ ਨੂੰ ਪੁੱਛਦਾ ਹੈ ਕਿ ਉਸਨੇ ਉਸ ਦੀ ਸਿਹਤ ਬਾਰੇ ਕਾਮ ਬਖਸ਼ ਨੂੰ ਇਤਲਾਹ ਤਾਂ ਨਹੀਂ ਭੇਜੀ, ਤਾਂ ਉਹ ਕੰਨਾਂ ਨੂੰ ਹੱਥ ਲਾ ਕੇ ਕਹਿੰਦੀ ਹੈ ਕਿ ਉਸ ਦੇ ਹੁਕਮ ਤੋਂ ਬਿਨਾਂ ਉਹ ਅਜਿਹਾ ਕਦਮ ਨਹੀਂ ਪੁੱਟ ਸਕਦੀ। ਸੋ ਬੇਟਾ ਇਹ ਬੇਗਮ ਬਾਰੇ ਜਦੋਂ ਅਸੀਂ ਜਾਫਰਨਾਮਾ ਪੜ੍ਹਦੇ ਹਾਂ, ਜੋ ਵੀ ਵਾਰਤਾਲਾਪ ਉਹ ਕਰਦੀ ਆ, ਉੱਥੋਂ ਇਹ ਜਿਹੜਾ ਕਰੈਕਟਰ ਸਕੈਚ ਆ, ਜਿਹੜਾ ਇਹ ਪਾਤਰ ਚਿੱਤਰਨ ਆ, ਇਹ ਉੱਭਰ ਕੇ ਸਾਹਮਣੇ ਆਉਂਦਾ ਹੈ। ਸੋ ਆਓ ਇਸ ਇਕਾਂਗੀ ਦਾ ਅਗਲਾ ਪਾਤਰ ਸ਼ਾਹੀ ਹਕੀਮ, ਇਸ ਬਾਰੇ ਪੜ੍ਹਦੇ ਹਾਂ। ਜਾਣ ਪਛਾਣ। ਸ਼ਾਹੀ ਹਕੀਮ ਜਾਫਰਨਾਮਾ ਇਕਾਂਗੀ ਦਾ ਇੱਕ ਨਿਮਨ ਪਾਤਰ ਹੈ। ਉਹ ਔਰੰਗਜ਼ੇਬ ਦੇ ਸ਼ਾਹੀ ਦਰਬਾਰ ਦਾ ਹਕੀਮ ਹੈ। ਹਕੀਮ ਬੇਟਾ ਐਂ ਕਹਿ ਲਓ ਕਿ ਰਾਜੇ ਮਹਾਰਾਜਿਆਂ ਦਾ ਘਰੇਲੂ ਡਾਕਟਰ। ਇੱਕ ਮਾਹਰ ਹਕੀਮ, ਉਹ ਇੱਕ ਮਾਹਰ ਸ਼ਾਹੀ ਹਕੀਮ ਹੈ। ਉਹ ਬਾਦਸ਼ਾਹ ਔਰੰਗਜ਼ੇਬ ਦੇ ਕਮਰੇ ਵਿੱਚ ਖਿਲਰੀਆਂ ਚੀਜ਼ਾਂ ਨੂੰ ਦੇਖ ਕੇ ਬਾਦਸ਼ਾਹ ਦੀ ਮਾਨਸਿਕ ਹਾਲਤ ਨੂੰ ਸਮਝ ਲੈਂਦਾ ਹੈ। ਉਹ ਔਰੰਗਜ਼ੇਬ ਦੀਆਂ ਅੱਖਾਂ ਨੂੰ ਦੇਖ ਕੇ ਜਾਣ ਲੈਂਦਾ ਹੈ ਕਿ ਉਹਨਾਂ ਨੂੰ ਨੀਂਦ ਅਤੇ ਆਰਾਮ ਦੀ ਸਖਤ ਜ਼ਰੂਰਤ ਹੈ। ਉਹ ਔਰੰਗਜ਼ੇਬ ਨੂੰ ਆਰਾਮ ਕਰਨ ਦੀ ਸਲਾਹ ਦਿੰਦਾ ਹੈ ਅਤੇ ਜ਼ਿਹਨੀ ਕੁਵੱਤ ਦੀ ਦਵਾਈ ਦਿੰਦਾ ਹੈ। ਅਗਲਾ ਹੈ ਚਿਹਰਾ ਦੇਖ ਕੇ ਮਨ ਦੀ ਹਾਲਤ ਸਮਝਣ ਵਾਲਾ। ਉਹ ਬਾਦਸ਼ਾਹ ਦਾ ਚਿਹਰਾ ਦੇਖ ਕੇ ਹੀ ਮਨ ਦੀ ਹਾਲਤ ਸਮਝ ਲੈਂਦਾ ਹੈ। ਉਹ ਕਹਿੰਦਾ ਹੈ, ਜਹਾਂ ਪਨਾਹ, ਹਜ਼ੂਰ ਦੇ ਚਿਹਰੇ 'ਤੇ ਅੱਖਾਂ ਦੀ ਅਲਾਮਤ ਚਿੰਤਾ ਭਰੀ ਹੈ। ਝੂਠੀ ਖੁਸ਼ਾਮਦ ਕਰਨ ਵਾਲਾ, ਉਹ ਔਰੰਗਜ਼ੇਬ ਦੀ ਖੁਸ਼ਾਮਦ ਕਰਦਾ ਹੋਇਆ ਕਹਿੰਦਾ ਹੈ, ਜਹਾਨ ਪਨਾਹ ਦੇ ਇਕਬਾਲ ਨਾਲ ਸਾਰਾ ਹਿੰਦੁਸਤਾਨ ਸੁੱਖ ਦਾ ਸਾਹ ਲੈ ਰਿਹਾ ਹੈ। ਇਸ 'ਤੇ ਔਰੰਗਜ਼ੇਬ ਕਹਿੰਦਾ ਹੈ ਕਿ ਤੇਰੀਆਂ ਗੱਲਾਂ ਵਾਂਗ ਤੇਰੀ ਦੁਆ ਵੀ ਝੂਠੀ ਹੋਵੇਗੀ।
ਸੋ ਇਹ ਸਨ ਬੇਟਾ ਇਸ ਇਕਾਂਗੀ ਨਾਲ ਸੰਬੰਧਿਤ ਵੱਖ-ਵੱਖ ਜੋ ਪਾਤਰ ਸਨ ਉਹਨਾਂ ਦਾ ਪਾਤਰ ਚਿਤਰਨ। ਸੋ ਇਸ ਇਕਾਂਗੀ ਨਾਲ ਸੰਬੰਧਿਤ ਤੁਹਾਨੂੰ ਵਾਰਤਾਲਾਪ, ਬਹੁ ਵਿਕਲਪੀ ਪ੍ਰਸ਼ਨ, ਟਰੂ ਫਾਲਸ, ਛੋਟੇ ਸ਼ਬਦਾਂ ਵਾਲੇ ਜਾਂ 1 ਤੋਂ 2 ਸ਼ਬਦਾਂ ਵਾਲੇ ਪ੍ਰਸ਼ਨ ਉੱਤਰ ਵੀ ਜਿਹੜੇ ਪੁੱਛੇ ਜਾਣਗੇ। ਸੋ ਆਪ ਜੀ ਨੇ ਇਹ ਵੱਡੇ ਪ੍ਰਸ਼ਨਾਂ ਦੇ ਵਿੱਚੋਂ ਪੂਰੇ ਵਧੀਆ ਢੰਗ ਦੇ ਨਾਲ ਤਿਆਰੀ ਕਰਨੀ ਹੈ, ਤਾਂ ਜੋ ਜਦੋਂ ਵੀ ਤੁਹਾਨੂੰ ਕੋਈ ਕਰੈਕਟਰ ਸਕੈਚ ਆਉਂਦਾ ਤਾਂ ਜਿਵੇਂ ਹੀ ਤੁਸੀਂ ਇਹ ਇਕਾਂਗੀ ਨੂੰ ਪੜ੍ਹਿਆ, ਸੁਣਿਆ ਅਤੇ ਸਮਝਿਆ ਹੈ, ਉਸ ਦੇ ਆਧਾਰ 'ਤੇ ਵੱਖ-ਵੱਖ ਪਾਤਰਾਂ ਦਾ ਜਿਹੜਾ ਪਾਤਰ ਚਿੱਤਰਨ ਆ ਉਹ ਬੜੇ ਵਧੀਆ ਢੰਗ ਦੇ ਨਾਲ ਚਿੱਤਰਨਾ ਹੈ। ਸੋ ਇਹ ਜਾਫਰਨਾਮਾ ਇਕਾਂਗੀ ਦੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹਨਾਂ ਨੂੰ ਅਸੀਂ ਅਗਲੇ ਭਾਗ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਜਾਫਰਨਾਮਾ ਇਕਾਂਗੀ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਲਗਾਤਾਰ ਕੰਟੀਨਿਊ ਇਸੇ ਚੈਨਲ ਨਾਲ ਜੁੜੇ ਰਹੋ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਇਸ ਇਕਾਂਗੀ ਜਿਸ ਦਾ ਨਾਮ ਹੈ ਜਾਫਰਨਾਮਾ, ਇਸ ਦੇ ਨਾਲ ਸੰਬੰਧਿਤ ਜੋ ਵਾਰਤਾਲਾਪ ਅਤੇ MCQ ਕੁਐਸਚਨ ਨੇ ਉਸ ਨੂੰ ਅਸੀਂ ਇਸੇ ਚੈਨਲ ਉੱਪਰ ਅਗਲੇ ਭਾਗ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸੋ ਉਮੀਦ ਕਰਦੇ ਹਾਂ ਕਿ ਜਾਫਰਨਾਮਾ ਇਕਾਂਗੀ ਨਾਲ ਸੰਬੰਧਿਤ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਇਸੇ ਵੀਡੀਓ ਦਾ ਅਗਲਾ ਭਾਗ ਜ਼ਰੂਰ ਦੇਖੋਗੇ। ਸੋ ਇਹ ਇਕਾਂਗੀ ਨਾਲ ਸੰਬੰਧਿਤ ਕਰੈਕਟਰ ਸਕੈਚ, ਜਿਹਨੂੰ ਅਸੀਂ ਕਿ ਪਾਤਰ ਚਿੱਤਰਨ ਕਹਿੰਦੇ ਹਾਂ, ਇਹ ਵੀਡੀਓ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਥੈਂਕ ਯੂ ਜੀ ਐਂਡ ਸਤਿ ਸ਼੍ਰੀ ਅਕਾਲ।